ਬਠਿੰਡਾ ਥਰਮਲ ਪਾਵਰ ਪਲਾਂਟ ਨੂੰ ਉਹਦੀ ਜ਼ਮੀਨ ਵੇਚੀ ਜਾਵੇ। ਮੈਂ ਸਮਝਦਾ ਕਿ ਬਹੁਤ ਪੰਜਾਬ ਦੇ ਲੋਕਾਂ ਦੇ ਨਾਲ ਵੱਡਾ ਧੋਖਾ ਹੈ। ਪਾਵਰ ਸਟੇਸ਼ਨ ਹੈ, ਥਰਮਲ ਪਲਾਂਟ ਹੈ, ਉਹਨੂੰ ਸਰਕਾਰ ਨੇ ਕਿਤੇ ਵੇਚਤਾ ਹੈ, ਇਹ ਬੰਦ ਕਰ ਦਿੱਤਾ ਹੈ ਕਿ ਇਹ ਜਿਹੜਾ ਪਲਾਂਟ ਹੈ ਇਹਦੀ ਜਿਹੜੀ ਜ਼ਮੀਨ ਹੈ ਇਹਦਾ ਕੀ ਸਰਕਾਰ ਕੀ ਕਰਨ ਚੱਲੀ, ਕਿਉਂਕਿ ਕੁਝ ਪੇਪਰਾਂ ਨੇ ਲਿਖਤਾ ਹੈ ਕਿ ਗਵਰਨਮੈਂਟ ਨੇ ਇਹ ਜ਼ਮੀਨ ਵੇਚ ਦੇਣੀ। ਬਠਿੰਡਾ ਦਾ ਪਾਵਰ ਪਲਾਂਟ ਬੰਦ ਕਰਨ ਤੋਂ ਬਾਅਦ ਇਸ ਦੀ ਚਰਚਾ ਅਤੇ ਪੰਜਾਬ ਸਰਕਾਰ ਦਾ ਵਿਰੋਧ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਬਠਿੰਡਾ ਪਾਵਰ ਪਲਾਂਟ ਦੀ ਜ਼ਮੀਨ ਨੂੰ ਵੇਚਣ ਜਾ ਰਹੀ ਹੈ ਅਤੇ ਲੋਕਾਂ ਨਾਲ ਧਰੋਹ ਕਮਾਇਆ ਜਾ ਰਿਹਾ ਹੈ। ਅਮਨ ਅਰੋੜਾ ਨੇ ਵੀ ਕਈ ਤਰ੍ਹਾਂ ਦੇ ਸਵਾਲ ਇਸ ਮੁੱਦੇ ਤੇ ਖੜੇ ਕੀਤੇ ਤੇ ਮੀਡੀਆ ਖਬਰਾਂ ਤੋਂ ਬਾਅਦ ਹੁਣ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਬਠਿੰਡਾ ਦਾ ਪਾਵਰ ਪਲਾਂਟ ਬੰਦ ਕਿਉਂ ਕੀਤਾ ਗਿਆ। ਸੋ ਸਭ ਤੋਂ ਪਹਿਲਾਂ ਤਾਂ तमाम ਜਿਹੜਾ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਦੇ ਤੁਸੀਂ ਸਾਰੇ ਪੱਤਰਕਾਰ ਆਏ ਹੋ, ਮੈਂ ਤੁਹਾਡਾ ਇਸ ਗੱਲ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਰਿਆਂ ਨੇ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਅੱਜ ਤੁਸੀਂ ਮੇਰੀ ਰਿਹਾਇਸ਼ 'ਤੇ ਆਏ। ਔਰ ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਦਾ ਮੌਜੂ ਹੈ ਉਹ ਹੈ ਕਿ ਇੱਕ ਤਾਸੁਰ ਪੈਦਾ ਕੀਤਾ ਜਾ ਰਿਹਾ ਹੈ ਕਿ ਬਠਿੰਡੇ ਦਾ ਜਿਹੜਾ ਪਾਵਰ ਸਟੇਸ਼ਨ ਹੈ, ਥਰਮਲ ਪਲਾਂਟ ਹੈ, ਉਹਨੂੰ ਸਰਕਾਰ ਨੇ ਕਿਤੇ ਵੇਚਤਾ ਹੈ, ਇਹ ਬੰਦ ਕਰ ਦਿੱਤਾ ਹੈ ਔਰ ਇਹ ਕੋਈ ਲੋਕਾਂ ਦੇ ਜਿਹੜੇ ਹਿੱਤ ਹੈ ਇਹਦੇ ਨਾਲ ਕੋਈ ਪੰਜਾਬ ਸਰਕਾਰ ਧਰੋਹ ਕਰ ਰਹੀ ਹੈ। ਸੋ ਸਭ ਤੋਂ ਪਹਿਲਾਂ ਤਾਂ ਕਿਉਂਕਿ ਆ ਕੈਮਰੇ ਦੀਆਂ ਕਾਲੀਆਂ ਅੱਖਾਂ ਦੇ ਜ਼ਰੀਏ ਮੈਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ, ਭਰੋਸਾ, ਇਤਬਾਰ, ਯਕੀਨ ਦਿਵਾਉਣਾ ਚਾਹੁੰਦਾ ਕਿ ਜਿਸ ਵੇਲੇ ਸਰਕਾਰ ਬਣਦੀ ਹੈ, ਮੰਤਰੀ ਬਣਦੇ ਹੈ, ਮੁੱਖ ਮੰਤਰੀ ਬਣਦੇ ਹੈ, ਤਾਂ ਉਹ ਮੁਲਕ ਪ੍ਰਤੀ ਔਰ ਆਪਣੀ ਕੌਮ ਪ੍ਰਤੀ ਇੱਕ ਵਫਾਦਾਰੀ ਦੀ ਹਲਫ ਲੈਂਦੇ ਹੈ। ਪਰਮਾਤਮਾ ਦੇ ਅੱਗੇ ਵਫਾਦਾਰੀ ਦੀ ਹਲਫ ਲੈਂਦੇ ਕਿ ਜੋ ਵੀ ਫੈਸਲੇ ਹੋਣਗੇ ਇਹ ਮੁਲਕ ਤੇ ਕੌਮ ਦੇ ਹਿੱਤ 'ਚ ਹੋਣਗੇ। ਸੋ ਇਹ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਇਹੀ ਸੀ ਕਿ ਪਹਿਲਾਂ ਤਾਂ ਕਿ ਬਠਿੰਡਾ ਜਿਹੜਾ ਪਾਵਰ ਸਟੇਸ਼ਨ ਹੈ ਇਹ ਬੰਦ ਕਿਉਂ ਕੀਤਾ ਗਿਆ, ਤੇ ਹੁਣ ਜਦੋਂ ਬੰਦ ਹੋ ਗਿਆ ਤਾਂ ਅੱਗੇ ਇਸ ਪਾਵਰ ਸਟੇਸ਼ਨ ਦਾ ਅਸੀਂ ਕੀ ਕਰਨਾ। ਸੋ ਬਠਿੰਡਾ ਜਿਹੜਾ ਪਾਵਰ ਸਟੇਸ਼ਨ ਬੰਦ ਹੋਇਆ ਇਹਦੇ ਤਿੰਨ ਪਹਿਲੂ ਨੇ। ਇੱਕ ਤਾਂ ਕਮਰਸ਼ੀਅਲ ਹੈ, ਇੱਕ ਇਨਵਾਇਰਮੈਂਟਲ ਹੈ ਤੇ ਇੱਕ ਐਡਮਿਨਿਸਟ੍ਰੇਟਿਵ ਹੈ। ਕਮਰਸ਼ੀਅਲ ਤਾਂ ਇਹਦਾ ਇਹ ਹੈ ਕਿ ਜਿਹਨੂੰ ਪਲਾਂਟ ਲੋਡ ਫੈਕਟਰ ਕਹਿੰਦੇ ਆ ਕਿ ਇਹ ਜਿਹੜਾ ਬਿਜਲੀ ਘਰ ਹੈ ਇਹਦੇ ਇੱਕ ਜੇ ਉਹ 24 ਘੰਟੇ ਚੱਲਦਾ ਹੈ ਤਾਂ ਉਹਨੂੰ ਇੱਕ ਦਿਨ ਮੰਨਦੇ ਆ। ਔਰ ਬਠਿੰਡਾ ਸਟੇਸ਼ਨ ਦੇ ਜਿਹੜਾ ਪਲਾਂਟ ਲੋਡ ਫੈਕਟਰ ਸੀਗਾ ਇਹ 7.23 ਰਹਿ ਗਿਆ ਸੀ। ਇਹਦਾ ਮਤਲਬ 92% ਇਹ ਬੰਦ ਰਹਿੰਦਾ ਸੀ, ਇਹਨੂੰ ਚਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਸੀ, ਪਾਵਰ ਸਰਪਲਸ ਹੋ ਗਈ ਸੀ। ਸੋ ਪਲਾਂਟ ਲੋਡ ਫੈਕਟਰ ਜੇ 7.23 ਹੋਵੇ ਤਾਂ ਫਿਰ ਉਹਨੂੰ ਚਲਾਉਣ ਦਾ ਜਾਂ ਉਹਨੂੰ ਰੱਖਣ ਦਾ ਇਹ ਜਿਹੜਾ ਕੋਈ ਐਡਮਿਨਿਸਟ੍ਰੇਟਿਵ ਡਿਸੀਜਨ ਹੈ। ਦੂਸਰਾ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਇੱਕ ਸੈਂਟਰਲ ਇਲੈਕਟ੍ਰਿਸਿਟੀ ਅਥਾਰਟੀ ਹੈ, ਉਹਦੀਆਂ ਗਾਈਡਲਾਈਨਸ ਹੈ ਔਰ ਉਹਨਾਂ ਗਾਈਡਲਾਈਨਸ ਦੇ ਮੁਤਾਬਿਕ ਜੋ ਵੀ ਇੰਡੀਆ ਦੇ ਵਿੱਚ ਥਰਮਲ ਸਟੇਸ਼ਨ ਹੈਗੇ ਜਿਹੜੇ 25 ਸਾਲ ਦੀ ਬੁਨਿਆਦ ਪੂਰੀ ਕਰ ਚੁੱਕੇ ਹੈ, ਉਹਨਾਂ ਨੂੰ ਜੇ ਅਨਇਕਨੋਮਿਕਲ ਹੋਣ ਤਾਂ ਉਹਨਾਂ ਨੂੰ ਬੰਦ ਕਰਨਾ ਇਹ ਗਾਈਡਲਾਈਨ ਦੇ ਹਿੱਸੇ 'ਚ ਆਉਂਦਾ ਹੈ। ਔਰ ਬਠਿੰਡੇ ਦਾ ਜਿਹੜਾ ਸਟੇਸ਼ਨ ਸੀਗਾ ਇਹ 38 ਤੋਂ 43 ਸਾਲ ਉਮਰ ਪੂਰੀ ਕਰ ਚੁੱਕਿਆ ਸੀਗਾ। ਤੀਸਰਾ ਸੀਗਾ ਕਿ ਜਿਹੜੀ ਇਹਦੀ ਪਾਵਰ ਦੀ ਕਾਸਟ ਸੀਗੀ ਇਹ ਬਠਿੰਡੇ ਦੇ ਵਿੱਚ ਇਹ 7 ਰੁਪਏ ਤੇ 70 ਪੈਸੇ ਆ ਰਹੀ ਸੀ, ਜਿਹੜੀ ਕਿ ਅੱਜ ਜਦੋਂ ਆਪਾਂ ਬੈਠੇ ਹਾਂ, ਅੱਜ ਪੰਜਾਬ ਨੇ ਬਿਜਲੀ ਖਰੀਦੀ ਹੈ 2 ਰੁਪਏ 30 ਪੈਸੇ ਤੇ 2 ਰੁਪਏ 70 ਪੈਸੇ ਤੇ ਇੱਕ ਮੈਰਿਟ ਆਰਡਰ ਹੁੰਦਾ ਕਿ ਸਭ ਤੋਂ ਸਸਤੀ ਬਿਜਲੀ ਕਿੱਥੋਂ ਮਿਲਦੀ ਹੈ ਔਰ ਉਸ ਮੈਰਿਟ ਆਰਡਰ ਦੀ ਤੁਸੀਂ ਉਲੰਘਣਾ ਨਹੀਂ ਕਰ ਸਕਦੇ। ਜੇ ਮੈਨੂੰ ਕਿਸੇ ਹੋਰ ਪਲਾਂਟ ਤੋਂ ਕਿਤੇ ਬਿਜਲੀ ਸਸਤੀ ਮਿਲਦੀ ਹੈ ਤਾਂ ਮੈਂ ਇਹ ਨਹੀਂ ਕਿ ਮੈਂ ਬਠਿੰਡੇ ਵਾਲਾ ਪਲਾਂਟ ਚਲਾਉਂਗਾ ਮਹਿੰਗਾ 7 ਰੁਪਏ 70 ਪੈਸੇ ਵਾਲਾ, ਪਰ ਮੈਂ 2 ਰੁਪਏ ਦੀ 30 ਪੈਸੇ ਦੀ ਬਿਜਲੀ ਨਹੀਂ ਖਰੀਦੂੰਗਾ। ਔਰ ਇਹ ਬੜਾ ਟਰਾਂਸਪੇਰੈਂਟ ਤਰੀਕਾ ਹੈ
ਸੋ ਟੋਟਲ ਮੈਂ ਕਹਿ ਸਕਦਾ ਕਿ ਅੱਜ ਜਿਹੜੀ ਪੰਜਾਬ ਦੀ ਬਿਜਲੀ ਜਿਹੜੀ ਸਾਨੂੰ ਅੱਜ ਖਾਸ ਕਰਕੇ ਝੋਨੇ ਵਾਸਤੇ ਮਿਲ ਰਹੀ ਹੈ, ਅੱਜ ਦੇ ਮਹੀਨੇ ਦੇ ਵਿੱਚ ਇਹ 3 ਰੁਪਏ ਤੋਂ ਥੱਲੇ ਮਿਲ ਰਹੀ ਹੈ। ਇਸ ਦੇ ਨਾਲ ਹੀ ਮਨਪ੍ਰੀਤ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਵਿਰੋਧੀ ਧਿਰਾਂ ਕਹਿ ਰਹੀਆਂ ਨੇ ਕਿ ਸੂਬਾ ਸਰਕਾਰ ਨੇ ਪਾਵਰ ਪਲਾਂਟ ਦੇ ਅਧਿਕਾਰੀਆਂ ਤੇ ਵਰਕਰਾਂ ਨਾਲ ਧਰੋਹ ਕਮਾਇਆ। ਉਹਨਾਂ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ, ਕਿਸੇ ਵੀ ਇੰਪਲਾਈ ਨੂੰ ਕੱਢਿਆ ਨਹੀਂ ਗਿਆ, ਬਸ ਉਹਨਾਂ ਦੇ ਤਬਾਦਲੇ ਕੀਤੇ ਗਏ ਨੇ। ਮੈਂ ਇਹ ਵੀ ਵਾਅਜ਼ੇ ਕਰਨਾ ਚਾਹੁੰਦਾ ਕਿ ਬਠਿੰਡਾ ਜਿਹੜਾ ਪਾਵਰ ਸਟੇਸ਼ਨ ਸੀਗਾ, ਇਹਦੇ ਵਿੱਚ ਤਕਰੀਬਨ 1057 ਰੈਗੂਲਰ EMPLOYEES ਸੀਗੇ, ਇਹਦੇ ਵਿੱਚ ਆਊਟਸੋਰਸਡ 131 ਸੀਗੇ ਤੇ ਕੰਟਰੈਕਟ ਤੇ 665 ਸੀਗੇ। ਪੰਜਾਬ ਸਰਕਾਰ ਨੇ ਬਠਿੰਡੇ ਪਲਾਂਟ ਦਾ ਇੱਕ ਵੀ EMPLOYEE, ਚਾਹੇ ਉਹ ਰੈਗੂਲਰ ਸੀ, ਚਾਹੇ ਆਊਟਸੋਰਸ ਸੀ ਤੇ ਚਾਹੇ ਉਹ ਕੰਟਰੈਕਟ ਸੀ, ਇੱਕ ਵੀ ਬੰਦੇ ਨੂੰ ਨੌਕਰੀ ਤੋਂ ਨਹੀਂ ਕੱਢਿਆ। ਸਾਰੇ ਬੰਦਿਆਂ ਨੂੰ ਉਹਨਾਂ ਨੇ ਆਲਟਰਨੇਟਿਵ ਜਗ੍ਹਾ ਤੇ ਬਠਿੰਡੇ ਡਿਸਟ੍ਰਿਕਟ ਦੇ ਵਿੱਚ ਉਹਨਾਂ ਨੂੰ ਤਬਾਦਲਾ ਕਰਤਾ। ਸੋ not a single employee of the Bathinda thermal plant was retrenched। ਔਰ ਜਿਸ ਤਰ੍ਹਾਂ ਮੈਂ ਕਿਹਾ ਕਿ ਜੇ 7 ਰੁਪਏ 70 ਪੈਸੇ ਦੀ ਬਿਜਲੀ ਪ੍ਰੋਡਿਊਸ ਹੁੰਦੀ ਹੈ ਤੇ ਪਲਾਂਟ ਲੋਡ ਫੈਕਟਰ ਜਿਹੜਾ ਹੈ ਉਹ 7.23 ਹੈ, ਤਾਂ ਇਹ ਪਲਾਂਟ ਜਿਹੜਾ ਹੈ ਇਹ ਅਨਵਾਈਬਲ ਹੋ ਗਿਆ ਸੀ। ਦੂਸਰਾ ਮੈਂ ਇਹ ਵੀ ਕਹਿਣਾ ਕਿ ਜੇ ਇਹ ਪਲਾਂਟ ਨੂੰ ਅਸੀਂ ਰੱਖਦੇ ਹਾਂ ਤੇ ਇਹਦਾ ਜਿਹੜਾ ਪਲਾਂਟ ਲੋਡ ਫੈਕਟਰ ਹੈ ਇਟਸ ਅੰਡਰ 8, ਤਾਂ ਇਹਦਾ ਜਿਹੜਾ ਮੇਨਟੇਨੈਂਸ, ਲੇਬਰ ਤੇ ਐਡਮਿਨਿਸਟ੍ਰੇਟਿਵ ਕਾਸਟ ਹੈ ਇਹ 110 ਕਰੋੜ ਰੁਪਏ ਸਾਲ ਦਾ ਪੈਂਦਾ। ਕੋਈ ਵੀ ਜ਼ਿੰਮੇਵਾਰ ਸਰਕਾਰ ਔਰ ਇਹ ਜਿਹੜੇ ਆਪਣੇ ਟੈਕਸ ਪੇਅਰ ਦੇ ਪੈਸੇ ਤੇ ਐਸਾ ਗੈਰ ਜ਼ਿੰਮੇਵਾਰਾ ਫੈਸਲਾ ਨਹੀਂ ਲੈ ਸਕਦੀ ਕਿ ਅਸੀਂ ਉਹਨੂੰ ਕੰਟੀਨਿਊ ਕਰੀਏ। ਇਸ ਲਿਹਾਜ਼ਾ ਇਹ ਪਿਛਲੇ 3 ਸਾਲ ਤੋਂ ਇਹ ਪਲਾਂਟ ਬੰਦ ਪਿਆ ਸੀ। ਔਰ ਮੈਂ ਇੱਕ ਗੱਲ ਇਹ ਵੀ ਜਾਂਦਾ ਤੁਹਾਨੂੰ ਦੱਸ ਕੇ ਜਾਊਂਗਾ ਕਿ ਮਿਨਿਸਟਰੀ ਆਫ ਫੋਰੈਸਟ, ਇਨਵਾਇਰਨਮੈਂਟ ਤੇ ਕਲਾਈਮੇਟ ਚੇਂਜ, ਉਹਨਾਂ ਦੀਆਂ ਹਦਾਇਤਾਂ ਹੈਗੀਆਂ ਕਿ ਜਿੰਨੇ ਵੀ ਪੰਜਾਬ ਦੇ ਵਿੱਚ ਪਾਵਰ ਪਲਾਂਟ ਜਿਹੜੇ ਕੋਲ ਫਾਇਰਡ ਹੈ ਚੱਲ ਰਹੇ ਹੈ, ਉਹ FGD, ਹੁਣ ਇਹ ਇੱਕ ਸਾਇੰਟੀਫਿਕ ਟਰਮ ਹੈ, ਫਲੂ ਗੈਸ ਡੀਸਲਫਰਾਈਜੇਸ਼ਨ, ਪਹਿਲਾਂ ਤਾਂ ਉਹ ਮਸ਼ੀਨਾਂ ਲਾਣਗੇ, ਫਿਰ SPM ਨੂੰ ਕੰਟਰੋਲ, ਜਿਹੜਾ ਉਹ ਪਾਰਟੀਕੂਲੇਟ ਮੈਟਰ ਹੈ ਉਹਨੂੰ ਕੰਟਰੋਲ ਕਰਨ ਦੀ ਮਸ਼ੀਨਰੀ ਲਾਣਗੇ, ਤੇ ਮਰਕਰੀ ਜਿਹੜਾ ਹੈ ਇਹ ਮਰਕਰੀ ਕੰਟਰੋਲ ਕਰਨ ਦੀ ਵੀ ਲਾਣਗੇ। ਔਰ ਜਿਹੜਾ ਪਲਾਂਟ ਉੱਥੇ ਨਹੀਂ ਲਾਊਗਾ ਉਹਦਾ 18 ਲੱਖ ਰੁਪਇਆ ਦਿਹਾੜੀ ਦਾ ਉਹਦਾ ਜੁਰਮਾਨਾ ਹੈ। ਹੁਣ ਜਿਹੜਾ ਪਲਾਂਟ ਚੱਲ ਹੀ ਨਹੀਂ ਰਿਹਾ ਉਹਦੇ ਤੇ 250-300 ਕਰੋੜ ਰੁਪਇਆ ਪੈਨਲਟੀ ਭਰ ਕੇ ਹਰ ਸਾਲ ਇਹਦੀ ਪੈਨਲਟੀ 200-250 ਕਰੋੜ ਬਣੂਗੀ। ਇਹਦਾ ਵੀ ਕੋਈ ਆਈਡੀਆ ਨਹੀਂ ਸੀਗਾ। ਔਰ ਮੈਂ ਜਾਂਦਾ ਤੁਹਾਨੂੰ ਇਹ ਵੀ ਕਹਾਂਗਾ ਕਿ ਸੋ ਇਨਵਾਇਰਨਮੈਂਟਲ, ਐਡਮਿਨਿਸਟ੍ਰੇਟਿਵ ਤੇ ਕਮਰਸ਼ੀਅਲ, ਇਹ 3 ਕਾਰਨ ਸੀਗੇ ਕਿ ਬਠਿੰਡਾ ਦਾ ਜਿਹੜਾ ਪਾਵਰ ਪਲਾਂਟ ਹੈ ਇਹ 3 ਸਾਲ ਪਹਿਲਾਂ ਪੰਜਾਬ ਸਰਕਾਰ ਨੇ ਇਹਨੂੰ ਬੰਦ ਕਰਨ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਵਿਰੋਧੀ ਧਿਰਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਪਾਵਰ ਪਲਾਂਟ ਦੀ ਜ਼ਮੀਨ ਵੇਚੀ ਜਾ ਰਹੀ ਹੈ। ਇਸ ਉੱਤੇ ਬੋਲਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਜ਼ਮੀਨ ਵੇਚੀ ਨਹੀਂ ਜਾਵੇਗੀ, ਬਲਕਿ ਪਾਵਰ ਪਲਾਂਟ ਦੀ ਕਲੋਨੀ ਵਿੱਚ ਪੁਲਿਸ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਰਹਿਣਗੇ। ਹੁਣ ਸਵਾਲ ਸਿਰਫ ਇੱਕ ਇੰਨਾ ਹੀ ਰਹਿ ਗਿਆ ਕਿ ਇਹ ਜਿਹੜਾ ਪਲਾਂਟ ਹੈ ਇਹਦੀ ਜਿਹੜੀ ਜ਼ਮੀਨ ਹੈ ਇਹਦਾ ਕੀ ਸਰਕਾਰ ਕੀ ਕਰਨ ਚੱਲੀ ਹੈ, ਕਿਉਂਕਿ ਕੁਝ ਪੇਪਰਾਂ ਨੇ ਲਿਖਤਾ ਹੈ ਕਿ ਗਵਰਨਮੈਂਟ ਨੇ ਇਹ ਜ਼ਮੀਨ ਵੇਚ ਦੇਣੀ ਹੈ। ਇਹ ਤਾਂ ਵੇਚਤਾ, ਇਹ ਲੋਕਾਂ ਦੇ ਹਿੱਤ ਜਿਹੜੇ ਹੈ ਗਵਰਨਮੈਂਟ ਇਹ ਵੀ ਵੇਚ ਕੇ ਖਾ ਜੂਗੀ। ਸੋ ਇਹਦੇ 3 ਪਹਿਲੂ ਹੈ। ਇੱਕ ਤਾਂ ਬਠਿੰਡੇ ਦੇ ਵਿੱਚ ਕੋਈ 164 ਏਕੜ ਦੇ ਵਿੱਚ ਝੀਲਾਂ ਹੈ, ਪਾਣੀ ਜਿਹੜਾ ਇਹਨੂੰ ਚਲਾਉਣ ਵਾਸਤੇ ਲੋੜ ਸੀ। ਸਰਕਾਰ ਨੇ ਫੈਸਲਾ ਕੀਤਾ ਕਿ ਇਹ ਜਿਹੜੀਆਂ ਝੀਲਾਂ 164 ਏਕੜ 'ਚ ਇਹ ਉਵੇਂ ਹੀ ਰੱਖ ਕੇ ਤੇ ਬਠਿੰਡਾ ਸ਼ਹਿਰ ਦੀ ਜਿਹੜੀ ਵਾਟਰ ਸਪਲਾਈ ਹੈ ਇਹ ਇਹਦਾ ਹਿੱਸਾ ਬਣ ਜਾਣਗੀਆਂ, ਕਿਉਂਕਿ ਸਾਡਾ ਜਿਹੜਾ ਬਠਿੰਡੇ ਦਾ ਪੀਣ ਵਾਲਾ ਪਾਣੀ ਹੈ ਗਰਾਊਂਡ ਵਾਟਰ ਜਿਹੜਾ ਅਨਡਰਿੰਕੇਬਲ ਹੈ, ਤੇ ਜਿੱਦਣ ਨਹਿਰ ਬੰਦ ਹੁੰਦੀ ਹੈ ਕੈਨਾਲ ਬੇਸਡ ਹੈ, ਤੇ ਸਾਡੇ ਕੋਲੇ ਸਟੋਰੇਜ ਦੀ ਕਪੈਸਿਟੀ ਸਿਰਫ 10-12 ਦਿਨਾਂ ਦੀ ਹੈ। ਜੇ ਬੰਦੀ 10-12 ਦਿਨਾਂ ਤੋਂ ਜ਼ਿਆਦਾ ਹੋ ਜਾਂਦੀ ਹੈ ਤਾਂ ਬਠਿੰਡੇ ਸ਼ਹਿਰ 'ਚ ਪਾਣੀ ਮੁੱਕ ਜਾਂਦਾ ਹੈ। ਸੋ ਗਵਰਨਮੈਂਟ ਨੇ ਇਹ ਫੈਸਲਾ ਕੀਤਾ ਹੈ ਕਿ 164 ਏਕੜ ਇਹ ਪਾਣੀ ਜਿਹੜਾ ਹੈ ਇਹ ਬਠਿੰਡੇ ਦੀ ਵਾਟਰ ਸਪਲਾਈ ਦਾ ਹਿੱਸਾ ਬਣ ਜਾਊਗਾ। 2.5-3 ਮਹੀਨੇ ਵੀ ਨਹਿਰ ਬੰਦ ਹੋ ਜੇ
ਤਾਂ ਬਠਿੰਡੇ ਸ਼ਹਿਰ ਨੂੰ ਪਾਣੀ ਦੀ ਕਮੀ ਨਹੀਂ ਆਏਗੀ। ਦੂਸਰਾ, ਇਹਦੇ ਵਿੱਚ ਪਾਵਰ ਕਾਲੋਨੀ ਹੈ, ਥਰਮਲ ਪਲਾਂਟ ਦੀ, ਜਿੱਥੇ ਅਫਸਰ ਤੇ ਸਾਰਾ ਅਮਲਾ ਰਹਿੰਦਾ ਸੀ। ਇਹ 280 ਏਕੜ 'ਚ ਹੈ। ਸਰਕਾਰ ਨੇ ਫੈਸਲਾ ਕੀਤਾ ਹੈ ਕਿ 280 ਏਕੜ ਦੇ ਵਿੱਚ ਜਿਹੜੀਆਂ ਕੋਠੀਆਂ ਬਣੀਆਂ, ਉੱਥੇ ਪਲੇਗਰਾਊਂਡ ਬਣਿਆ, ਉੱਥੇ ਸਕੂਲ ਬਣਿਆ, ਉੱਥੇ ਸਟੇਡੀਅਮ ਬਣਿਆ, ਜਿੰਨੀ ਵੀ ਸਾਡੀ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਹੈ, DC, SSP, ਸੈਸ਼ਨ ਜੱਜ ਤੋਂ ਲੈ ਕੇ ਕਲਾਸ 4 ਦੇ ਜਿਹੜੇ EMPLOYEES ਹੈ, ਉਹ ਉਸ ਪਾਵਰ ਕਾਲੋਨੀ 'ਚ ਉਹਨਾਂ ਨੂੰ ਮੁੰਤਕਲ ਕਰ ਦਿੱਤਾ ਜਾਊਗਾ। ਪੰਜਾਬ ਸਰਕਾਰ ਦਾ ਹਰ ਇੱਕ ਮੁਲਾਜ਼ਮ ਉਹਦੇ ਵਿੱਚ ਅਕੋਮੋਡੇਸ਼ਨ ਹੈ, ਔਰ ਜੇ ਅਸੀਂ ਇਹ ਫੈਸਲਾ ਨਾ ਲੈਂਦੇ ਤਾਂ ਇਹ ਜਿਹੜੇ ਉੱਥੇ ਮਕਾਨ ਬਣੇ ਹੈ, ਇਹ 2, 4, 5, 10 ਸਾਲਾਂ ਬਾਅਦ ਇਹਨਾਂ ਨੇ ਖੰਡਰਾਤ ਬਣ ਜਾਣਾ ਸੀ। ਟੋਟਲ ਪੰਜਾਬ ਦੀ ਬਠਿੰਡੇ ਦੀ ਜਿਹੜੀ ਸਿਵਲ ਲਾਈਨਸ ਵੱਜਦੀ ਹੈ, ਜਿੱਥੇ ਸੜਕ ਮਹਿਕਮੇ ਦੇ ਜਿਹੜੇ ਜਿੰਨੇ ਵੀ ਐਡਮਿਨਿਸਟ੍ਰੇਟਿਵ ਸਟਾਫ ਹੈ, DC ਤੋਂ ਲੈ ਕੇ ਕਲਾਸ 4 ਤੱਕ, ਇਹ ਸਾਰੀ ਸਿਵਲ ਲਾਈਨ ਜਿਹੜੀ ਅਸੀਂ ਖਾਲੀ ਹੋ ਜਾਏਗੀ। ਤੇ ਜਿੰਨੀ ਪੁਲਿਸ ਲਾਈਨ ਹੈ, ਜਿੰਨੀ ਪੁਲਿਸ ਦੇ ਅਫਸਰ ਹੈ, ਉਹ ਵੀ ਸਾਰੇ ਉਸ ਪਾਵਰ ਕਾਲੋਨੀ 'ਚ ਆ ਜਾਣਗੇ। ਔਰ 65 ਏਕੜ ਜ਼ਮੀਨ ਜਿਹੜੀ ਹੈ, ਇਹ ਪੰਜਾਬ ਸਰਕਾਰ ਦੀ ਜ਼ਮੀਨ ਜਿਹੜੀ ਹੈ, ਇਹ ਸਾਡੇ ਸਿਟੀ ਸੈਂਟਰ ਵਾਸਤੇ, ਕਮਰਸ਼ੀਅਲ ਸੈਂਟਰ ਵਾਸਤੇ ਬਹੁਤ ਵਧੀਆ ਕੋਈ ਬਾਹਰਲੀ ਕੰਪਨੀ ਤੋਂ ਡਿਜ਼ਾਈਨ ਬਣਾ ਕੇ, ਜਿਹੜਾ ਕਿ ਬਠਿੰਡੇ ਦੇ ਵਿੱਚ ਪੰਜਾਬ ਦੇ ਵਿੱਚ ਵੀ ਇਸ ਕਿਸਮ ਦਾ ਜਿਹੜਾ ਸਿਟੀ ਪਲੈਨਿੰਗ ਨਹੀਂ ਹੋਏਗੀ, ਉੱਥੇ ਡਿਜ਼ਾਈਨ ਕਰਾਂ। ਇਸ ਤੋਂ ਪਹਿਲਾਂ ਇਸ ਮਾਮਲੇ ਤੇ ਅਮਨ ਅਰੋੜਾ ਵੀ ਕਈ ਤਰ੍ਹਾਂ ਦੇ ਸਵਾਲ ਚੁੱਕ ਚੁੱਕੇ ਨੇ ਅਤੇ ਉਹਨਾਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਇਸ ਦਾ ਵੱਡੇ ਪੱਧਰ ਤੇ ਵਿਰੋਧ ਕਰੇਗੀ। ਦੇਖੋ, ਮੈਂ ਸਮਝਦਾ ਕਿ ਜੋ ਅੱਜ ਪੰਜਾਬ ਦੀ ਕੈਬਨਿਟ ਨੇ ਫੈਸਲਾ ਕੀਤਾ ਕਿ ਗੁਰੂ ਨਾਨਕ ਦੇਵ ਜੀ ਦੇ ਨਾਂ ਉੱਪਰ ਬਠਿੰਡਾ ਥਰਮਲ ਪਾਵਰ ਪਲਾਂਟ ਨੂੰ ਉਹਦੀ ਜ਼ਮੀਨ ਵੇਚੀ ਜਾਵੇ, ਮੈਂ ਸਮਝਦਾ ਕਿ ਬਹੁਤ ਪੰਜਾਬ ਦੇ ਲੋਕਾਂ ਦੇ ਨਾਲ ਵੱਡਾ ਧੱਕਾ ਹੈ। ਔਰ ਉਸ ਸਮੇਂ ਦੌਰਾਨ ਜਦ ਪਿਛਲੇ ਸਾਲ ਹੀ 550 ਸਾਲਾ ਗੁਰੂ ਨਾਨਕ ਦੇਵ ਜੀ ਦਾ ਆਪਾਂ ਸਾਰੇ ਮਨਾ ਕੇ ਹਟਿਆ, ਉਹਨਾਂ ਦੇ ਨਾਮ ਉੱਪਰ ਨਵੀਆਂ ਚੀਜ਼ਾਂ, ਨਵੀਆਂ ਯਾਦਗਾਰਾਂ ਬਣਾਉਣ ਦੀ ਬਜਾਏ ਪੁਰਾਣੀਆਂ ਨੂੰ ਖਤਮ ਕੀਤਾ ਜਾਣਾ, ਮੈਂ ਸਮਝਦਾ ਕਿ ਬਹੁਤ ਸ਼ਰਮਨਾਕ ਹੈ। ਕੈਪਟਨ ਅਮਰਿੰਦਰ ਸਿੰਘ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ 2005-6 ਦੇ ਵਿੱਚ ਹੀ ਲੋਕਾਂ ਦਾ ਪੈਸਾ 737 ਕਰੋੜ ਰੁਪਇਆ ਖਰਚ ਕੀਤਾ ਗਿਆ ਸੀਗਾ ਇਸ ਬਠਿੰਡਾ ਔਰ ਰੋਪੜ ਦੇ ਥਰਮਲ ਪਾਵਰ ਪਲਾਂਟ ਨੂੰ ਰੀਫਰਬਿਸ਼ ਕਰਨ ਦੇ ਵਿੱਚ, ਉਹਨੂੰ ਅਪਗ੍ਰੇਡ ਕਰਨ ਦੇ ਵਿੱਚ। ਤੇ ਉਸ ਸਮੇਂ ਇਹ ਡਿਸਾਈਡ ਹੋਇਆ ਸੀਗਾ ਕਿ ਇਹਨਾਂ ਦੀ ਲਾਈਫ ਹੈ ਜਿਹੜੀ ਉਹ ਰੀਫਰਬਿਸ਼ ਤੋਂ ਬਾਅਦ, ਅਪਗ੍ਰੇਡੇਸ਼ਨ ਔਰ ਮਾਡਰਨਾਈਜੇਸ਼ਨ ਤੋਂ ਬਾਅਦ ਇਹਨਾਂ ਦੀ ਲਾਈਫ ਹੈ ਜਿਹੜੀ 2030-31 ਤੱਕ ਵੱਧ ਗਈ ਸੀਗੀ। ਤੇ ਵਨ ਆਫ ਦਾ ਬੈਸਟ, ਸਭ ਤੋਂ ਵਧੀਆ ਜੇ ਅਪਗ੍ਰੇਡੇਸ਼ਨ ਹੋਈ ਸੀ ਤਾਂ ਬਠਿੰਡਾ ਥਰਮਲ ਪਾਵਰ ਪਲਾਂਟ ਦੀ ਹੋਈ ਸੀਗੀ। ਪਰ ਕਿਉਂਕਿ ਉਸ ਤੋਂ ਬਾਅਦ ਪਿਛਲੀ ਸਰਕਾਰ ਨੇ 3 ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ ਐਗਰੀਮੈਂਟ ਕਰ ਲਏ, ਜਿਹਦੇ ਤੋਂ ਕਮਿਸ਼ਨ ਪਹਿਲਾਂ ਦੀਆਂ ਸਰਕਾਰਾਂ ਤੇ ਹੁਣ ਵਾਲੀਆਂ ਸਰਕਾਰਾਂ ਖਾ ਰਹੀਆਂ ਨੇ। ਇਸ ਕਰਕੇ ਇਹਨੂੰ ਧੱਕੇ ਨਾਲ ਬੰਦ ਕੀਤਾ ਜਾ ਰਿਹਾ ਤੇ ਸਰਕਾਰੀ ਲੈਂਡ ਮਾਫੀਆ ਦੇ ਰੂਪ ਦੇ ਵਿੱਚ ਪੁੱਡਾਂ ਨੂੰ ਸਮਾਇਆ ਜਾ ਰਿਹਾ ਹੈ, ਤਾਂ ਕਿ ਉਹਦੇ ਵਿੱਚੋਂ ਜਿਹੜੀ ਲੁੱਟ ਹੈ ਉਹ ਸਰਕਾਰੀ ਨੁਮਾਇੰਦੇ ਨੇ, ਜਿਹੜੇ ਚਾਹੇ ਉਹ ਮੰਤਰੀ ਨੇ, ਸਰਕਾਰ ਦੇ ਲੀਡਰ ਨੇ ਤੇ ਅਫਸਰ ਨੇ, ਉਹ ਖਾ ਸਕਣ। ਮੈਂ ਸਮਝਦਾ ਕਿ ਇਸ ਤੋਂ ਵੱਡਾ ਧੋਖਾ ਹੈ ਕੈਪਟਨ ਅਮਰਿੰਦਰ ਸਿੰਘ ਦੀ ਔਰ ਮਨਪ੍ਰੀਤ ਬਾਦਲ ਜੀ ਦੀ ਸਰਕਾਰ ਨਹੀਂ ਕਰ ਸਕਦੀ ਹੈਗੀ। ਜਦ ਅੱਜ ਤੋਂ 2 ਸਾਲ ਪਹਿਲਾਂ ਇਹ ਫੈਸਲਾ ਕੀਤਾ ਗਿਆ ਸੀਗਾ ਬੋਰਡ ਆਫ ਡਾਇਰੈਕਟਰਸ ਦੇ ਵਿੱਚ ਕਿ ਇਸੇ ਥਰਮਲ ਪਾਵਰ ਪਲਾਂਟ ਦਾ 1 ਯੂਨਿਟ 60 ਮੈਗਾਵਾਟ ਦਾ ਪਰਾਲੀ ਦੇ ਉੱਪਰ ਨਵੇਂ ਸਿਰੋਂ ਚਾਲੂ ਕੀਤਾ ਜਾਏਗਾ, ਜਿਹਦੇ ਨਾਲ এনवायरमेंट ਦੀ ਬਚਤ ਵੀ ਹੋਏਗੀ ਔਰ ਆਸੇ-ਪਾਸੇ ਦੇ 3-4 ਜ਼ਿਲ੍ਹਿਆਂ ਦੇ ਕਿਸਾਨਾਂ ਦਾ ਫਾਇਦਾ ਵੀ ਹੋਊਗਾ। ਪਰ ਕੈਬਨਿਟ ਨੇ ਉਹਦੇ ਉੱਪਰ ਫੈਸਲਾ ਨਹੀਂ ਲਿਆ ਹੈਗਾ ਤੇ ਅੱਜ ਪੁੱਡਾ ਨੂੰ ਉਹ ਜ਼ਮੀਨ ਹੈ ਜਿਹੜੀ ਉਹ ਹੈਂਡਓਵਰ ਕਰ ਦਿੱਤੀ ਜਾਏਗੀ, ਜਿਹਦੇ ਨਾਲ ਲੋਕਾਂ ਤੋਂ ਅੱਜ ਤੋਂ 50 ਸਾਲ ਪਹਿਲਾਂ ਜਿਨ੍ਹਾਂ ਕਿਸਾਨਾਂ ਤੋਂ ਜ਼ਮੀਨ ਲਈ ਸੀਗੀ, ਇੱਕ ਸਪੈਸੀਫਿਕ ਪਰਪਸ ਵਾਸਤੇ ਲਈ ਸੀਗੀ ਕਿ ਉੱਥੇ ਪੰਜਾਬ ਦੀ ਔਰ ਬਠਿੰਡੇ ਦੀ ਡਿਵੈਲਪਮੈਂਟ ਵਾਸਤੇ ਥਰਮਲ ਪਾਵਰ ਪਲਾਂਟ ਲੱਗੇਗਾ। ਤੇ ਕੈਪਟਨ ਸਾਹਿਬ, ਜੇ ਅੱਜ ਤੁਸੀਂ ਉਸ ਥਰਮਲ ਪਾਵਰ ਪਲਾਂਟ ਨੂੰ ਬੰਦ ਕਰਨ ਲੱਗੇ ਹੋ ਤੇ ਪੰਜਾਬ ਸਰਕਾਰ ਨੂੰ ਇਖਲਾਕੀ ਤੌਰ ਦੇ ਉੱਪਰ ਚਾਹੀਦਾ ਕਿ ਉਹ ਜ਼ਮੀਨ ਜਿਹੜੀ ਇੱਕ ਸਪੈਸੀਫਿਕ ਥਰਮਲ ਪਾਵਰ ਪ੍ਰੋਜੈਕਟ ਦੇ ਲਈ ਲਈ ਗਈ ਸੀਗੀ, ਉਹ ਜ਼ਮੀਨਾਂ ਨੇ ਜਿਹੜੀਆਂ ਉਹ ਉਹਨਾਂ ਕਿਸਾਨਾਂ ਨੂੰ ਵਾਪਸ ਕੀਤੀਆਂ ਜਾਣ ਜਿਨ੍ਹਾਂ ਨੂੰ ਦਾ ਉਸ ਸਮੇਂ 50 ਸਾਲ ਪਹਿਲਾਂ ਉਜਾੜਾ ਕੀਤਾ ਗਿਆ ਸੀਗਾ। ਸੋ ਇਹ ਆਮ ਆਦਮੀ ਪਾਰਟੀ ਨੂੰ ਬਿਲਕੁਲ ਮਨਜ਼ੂਰ ਨਹੀਂ ਹੈ ਜੋ ਇਹ ਸਰਕਾਰੀ ਲੈਂਡ ਮਾਫੀਆ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ। ਤੇ ਆਮ ਆਦਮੀ ਪਾਰਟੀ ਜਿਵੇਂ ਪਹਿਲਾਂ ਬਿਜਲੀ ਦੇ ਰੇਟਾਂ ਦੇ ਉੱਪਰ ਸੰਘਰਸ਼ ਕਰਦੀ ਰਹੀ, ਹੁਣ ਇਹਦੇ ਉੱਪਰ ਵੀ ਨਵਾਂ ਸੰਘਰਸ਼ ਵਿੱਢੇਗੀ ਤੇ ਸਰਕਾਰ ਨੂੰ ਤੇ ਉਹਦੇ ਚਹੇਤਿਆਂ ਨੂੰ, ਨੁਮਾਇੰਦਿਆਂ ਨੂੰ ਇਹ ਸਰਕਾਰੀ ਲੁੱਟ ਹੈ ਜਿਹੜੀ ਇਹ ਬਿਲਕੁਲ ਪੰਜਾਬ ਦੇ ਹਿੱਤਾਂ ਦੀ ਨਹੀਂ ਹੋਣ ਦਿੱਤੀ ਜਾਏਗੀ। ਖੈਰ, ਪੰਜਾਬ ਸਰਕਾਰ ਵੱਲੋਂ ਮਨਪ੍ਰੀਤ ਬਾਦਲ ਨੇ ਬੇਸ਼ੱਕ ਸਪਸ਼ਟੀਕਰਨ ਦੇ ਦਿੱਤਾ, ਪਰ ਇਸ ਦੀ ਚਰਚਾ ਗਲੀ ਮੁਹੱਲਿਆਂ ਵਿੱਚ ਜ਼ੋਰਾਂ ਤੇ ਹੋ ਰਹੀ ਹੈ ਅਤੇ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਆਲੋਚਨਾ ਵੀ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ। ਬੇਸ਼ੱਕ ਇਸ ਫੈਸਲੇ ਨੂੰ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਹਿੱਤ ਵਿੱਚ ਲਿਆ ਗਿਆ ਫੈਸਲਾ ਕਰਾਰਿਆ ਜਾ ਰਿਹਾ ਹੈ, ਪਰ ਲੋਕਾਂ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਨੌਜਵਾਨਾਂ ਨੂੰ ਬੇਰੁਜ਼ਗਾਰੀ ਵੱਲ ਧੱਕਣ ਲਈ
ਸਰਕਾਰ ਅਜਿਹੇ ਫੈਸਲੇ ਲੈ ਰਹੀ ਹੈ ਤੇ ਇਹ ਫੈਸਲੇ ਜਿੱਥੇ ਆਮ ਲੋਕਾਂ ਲਈ ਘਾਤਕ ਸਿੱਧ ਹੋਣਗੇ, ਉੱਥੇ ਇਹਨਾਂ ਦਾ ਖਮਿਆਜ਼ਾ ਪੰਜਾਬ ਸਰਕਾਰ ਜਾਂ ਕਾਂਗਰਸ ਨੂੰ ਵੀ ਭੁਗਤਣਾ ਪੈ ਸਕਦਾ ਹੈ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।